हाय फ्यूचर बर्ड्स, वेलकम बैक टू माय चैनल। आज ਅਸੀਂ ਕਰਨ ਜਾ ਰਹੇ ਹਾਂ क्लास 10th PSCB ਦਾ ਚੈप्टर 1 ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ ਮੈਰੀਟੋਰੀਅਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ। ਸੋ ਸਟਾਰਟ ਕਰਦੇ ਹਾਂ। ਇੱਥੇ ਸਾਡੇ ਕੋਲ 85 MCQs ਨੇ। ਚੰਗੀ ਤਰ੍ਹਾਂ ਪ੍ਰੈਕਟਿਸ ਕਰਾਂਗੇ ਚੈਪਟਰ ਦੀ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਮੇਰੇ ਚੈਨਲ ਨੂੰ ਫਿਊਚਰ ਬਰਡਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲੇ ਬੈਲ ਆਈਕਨ ਵੀ ਜ਼ਰੂਰ ਔਨ ਕਰੋ ਬਿਕੋਜ਼ ਮੈਂ ਲਾਈਵ ਆਉਂਦੀ ਰਹਿੰਦੀ ਹਾਂ, ਲਾਈਵ ਪ੍ਰੈਪਰੇਸ਼ਨ ਕਰਵਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ। ਕੈਮੀਕਲ ਫਾਰਮੂਲਾ ਇੱਕ ਸ਼ਾਰਟ ਹੈਂਡ ਨੋਟੇਸ਼ਨ ਹੁੰਦਾ ਜਿਹਨੂੰ ਅਸੀਂ ਯੂਜ਼ ਕਰਦੇ ਹਾਂ ਡੈਸ਼ ਨੂੰ ਰਿਪਰੈਜ਼ੈਂਟ ਕਰਨ ਦੇ ਲਈ, ਤਾਂ ਯਾਨੀ ਕਿ ਡੈਸ਼ ਨੂੰ ਦਰਸਾਉਣ ਦੇ ਲਈ। ਤਾਂ ਉਹ ਕੀ ਹੋ ਸਕਦਾ? ਕੋਈ ਆਇਨ ਵੀ ਹੋ ਸਕਦਾ, ਕੋਈ ਐਲੀਮੈਂਟ ਵੀ ਹੋ ਸਕਦਾ, ਕੋਈ ਕੰਪਾਊਂਡ ਵੀ ਹੋ ਸਕਦਾ। ਇਸ ਕਰਕੇ ਅਸੀਂ ਲਿਖਾਂਗੇ ਆਲ ਆਫ ਦਾ ਅਬਵ, ਕਿਉਂਕਿ ਕੈਮੀਕਲ ਫਾਰਮੂਲਾ ਹਰ ਇੱਕ ਚੀਜ਼ ਦਾ। ਉਸ ਤੋਂ ਬਾਅਦ ਹੈ ਇੱਕ ਮੋਲੀਕੂਲਰ ਕੰਪਾਊਂਡ ਜਾਂ ਕੋਈ ਆਇਨਿਕ ਕੰਪਾਊਂਡ ਲੈ ਲਈਏ ਜੋ ਕਿ ਡਿਫਰੈਂਟ ਐਲੀਮੈਂਟਸ ਨਾਲ ਬਣੇ ਹੋਏ ਨੇ, ਉਹਨੂੰ ਅਸੀਂ ਕੀ ਕਵਾਂਗੇ? ਤਾਂ ਉਹਨੂੰ ਅਸੀਂ ਯੂਨਿਟਰੀ ਕੰਪਾਊਂਡਸ ਵੀ ਕਹਿ ਸਕਦੇ ਹਾਂ ਜਾਂ ਯੂਨਾਈਟਰੀ ਕੰਪਾਊਂਡਸ। ਠੀਕ ਹੈ। ਉਸ ਤੋਂ ਬਾਅਦ ਹੈ ਐਲੂਮੀਨੀਅਮ ਸਲਫੇਟ ਦਾ ਕਰੈਕਟ ਜਿਹੜਾ ਕੈਮੀਕਲ ਫਾਰਮੂਲਾ ਉਹ ਕੀ ਹੈ? ਸੋ ਦੇਖੋ, ਐਲੂਮੀਨੀਅਮ ਅਤੇ ਸਲਫੇਟ ਮੇਨ ਤਾਂ ਇਹੀ ਹੈ। ਉਸ ਤੋਂ ਬਾਅਦ ਇਹਦੀ ਵੈਲੈਂਸੀ ਜਿਹੜੀ ਹੈ ਇਹਦੇ ਪੈਰ 'ਚ ਜਾਏਗੀ, ਇਹਦੀ ਵੈਲੈਂਸੀ ਇਹਦੇ ਪੈਰ 'ਚ। ਐਲੂਮੀਨੀਅਮ ਦੀ ਵੈਲੈਂਸੀ 3 ਸੀ, ਪਰ ਇਹਦੇ ਨਾਲ ਪਹਿਲਾਂ ਹੀ ਆਕਸੀਜਨ ਦੇ 4 ਜੁੜੇ ਹੋਏ ਸੀ ਕਰਕੇ ਪੂਰੀ 'ਤੇ ਬਰੈਕਟ ਲਗਾਵਾਂਗੇ, ਕਿਉਂਕਿ ਜੇ ਅਸੀਂ ਉਰੇ 3 ਲਗਾਉਂਦੇ ਹਾਂ ਤਾਂ ਉਹ ਗਲਤ ਹੋ ਜਾਏਗਾ। ਅਸੀਂ ਹੋਲ ਬਰੈਕਟ 'ਤੇ 3 ਲਗਾਵਾਂਗੇ ਕਿ ਸਲਫਰ ਦੇ ਵੀ 3 ਹੈ, ਆਕਸੀਜਨ ਦੇ ਕਿੰਨੇ ਹੋ ਜਾਣਗੇ? 12। ਠੀਕ ਹੈ। ਉਸ ਤੋਂ ਬਾਅਦ ਐਲੂਮੀਨੀਅਮ ਦੀ ਗੱਲ ਕਰੀਏ, ਐਲੂਮੀਨੀਅਮ 'ਤੇ ਕਿਹਦੀ ਵੈਲੈਂਸੀ ਆਏਗੀ? ਸਲਫੇਟ ਦੀ ਆਏਗੀ। ਸਲਫੇਟ ਦੀ ਜਿਹੜੀ ਵੈਲੈਂਸੀ ਉਹ ਕਿੰਨੀ ਹੈ? 2 ਹੈ, ਤਾਂ ਅਸੀਂ ਉਰੇ ਲਿਖਾਂਗੇ 2। ਠੀਕ ਹੈ। ਉਸ ਤੋਂ ਬਾਅਦ ਇਹ ਕੈਲਸ਼ੀਅਮ ਫੋਸਫੇਟ ਦੀ ਕਿੰਨੀ ਆਏਗੀ? ਜਿਹੜਾ ਕੈਮੀਕਲ ਫਾਰਮੂਲਾ ਕਿਸ ਤਰ੍ਹਾਂ ਬਣੇਗਾ? ਸੋ ਕੈਲਸ਼ੀਅਮ ਅਤੇ ਫੋਸਫੇਟ ਅਸੀਂ ਲਿਖ ਦਾਂਗੇ ਪਹਿਲਾਂ ਤਾਂ। ਉਸ ਤੋਂ ਬਾਅਦ ਕੈਲਸ਼ੀਅਮ ਦੀ ਵੈਲੈਂਸੀ 2 ਹੈ, ਪੂਰੇ 'ਤੇ ਆ ਜਾਏਗੀ। ਉਸ ਤੋਂ ਬਾਅਦ ਫੋਸਫੇਟ ਦੀ ਗੱਲ ਕਰੀਏ, ਸੌਰੀ ਉਰੇ ਮੈंने 3 ਲਿਖਤਾ, ਉਰੇ 4 ਆਏਗਾ। ਠੀਕ ਹੈ। ਫੋਸਫੇਟ ਦੀ ਗੱਲ ਕਰੀਏ ਤਾਂ ਫੋਸਫੇਟ ਦੀ ਕਿੰਨੀ ਆ ਜਾਏਗੀ? 3 ਵੈਲੈਂਸੀ ਆ ਜਾਏਗੀ। ਸੋ ਜਿਹੜਾ ਡੀ ਆਪਸ਼ਨ ਜਿਹੜਾ ਹੈਗਾ ਉਹ ਕਰੈਕਟ ਹੋ ਜਾਏਗਾ। ਉਸ ਤੋਂ ਬਾਅਦ ਹੈ Fe2SO4 ਕਿਹਦਾ ਫਾਰਮੂਲਾ ਹੈ? ਤਾਂ Fe2SO4 ਫੈਰਸ ਸਲਫੇਟ ਦਾ ਵੀ ਫਾਰਮੂਲਾ ਹੈ, ਫੈਰਿਕ ਸਲਫੇਟ ਦਾ ਵੀ ਫਾਰਮੂਲਾ ਹੈ, ਆਇਰਨ ਸਲਫੇਟ ਦਾ ਵੀ ਫਾਰਮੂਲਾ ਹੈ। ਬਿਕੋਜ਼ SO4 ਜਿਹੜਾ ਹੈਗਾ ਇਹ ਤਾਂ ਸਾਨੂੰ ਪਤਾ ਕਿ ਸਲਫੇਟ ਹੈ। ਅੱਗੇ ਜਿਹੜਾ Fe ਲੱਗਿਆ ਹੋਇਆ, Fe ਨੂੰ ਅਸੀਂ ਆਇਰਨ ਵੀ ਕਹਿ ਸਕਦੇ ਹਾਂ, ਫੈਰਿਕ ਵੀ ਕਹਿ ਸਕਦੇ ਹਾਂ, ਫੈਰਸ ਵੀ ਕਹਿ ਸਕਦੇ ਹਾਂ। ਉਸ ਤੋਂ ਬਾਅਦ ਹੈ ਅਮੋਨੀਆ ਦਾ ਜਿਹੜਾ ਫਾਰਮੂਲਾ ਹੈ, ਕੈਮੀਕਲ ਫਾਰਮੂਲਾ ਕੀ ਹੈ? NH3। ਉਸ ਤੋਂ ਬਾਅਦ ਹੈ ਇਹਨਾਂ 'ਚੋਂ ਕਿਹੜਾ ਜ਼ਰੂਰੀ ਨਹੀਂ ਹੈ ਕਿਸੇ ਕੈਮੀਕਲ ਇਕੁਏਸ਼ਨ ਨੂੰ ਰਿਪਰੈਜ਼ੈਂਟ ਕਰਨ ਦੇ ਲਈ? ਸਭ ਤੋਂ ਪਹਿਲਾਂ ਆਏਗਾ, ਪਹਿਲਾਂ ਹੀ ਗਲਤ ਹੈ, ਜਿਹੜਾ ਇਕੁਏਸ਼ਨ ਹੈ ਸਾਡੀ ਐਰਿਥਮੈਟਿਕਲੀ ਟਰੂ ਹੋਏ ਜ਼ਰੂਰੀ ਨਹੀਂ ਹੈ। ਠੀਕ ਹੈ। ਮਸਟ ਨਹੀਂ ਹੈ ਕਿ ਹੋਣੀ ਹੀ ਚਾਹੀਦੀ ਹੈ। ਨੋ, ਇਟ ਇਜ਼ ਨਾਟ ਇਸੈਂਸ਼ੀਅਲ। ਇਹ ਜ਼ਰੂਰੀ ਨਹੀਂ ਹੈ ਕਿ ਹਿਸਾਬੀ ਤੌਰ 'ਤੇ ਸਹੀ ਹੋਏ, ਬਟ ਉਹ ਕੈਮੀਕਲੀ ਜ਼ਰੂਰ ਟਰੂ ਹੋਣੀ ਚਾਹੀਦੀ ਹੈ। ਨੰਬਰ ਆਫ ਐਟਮਸ ਰਿਐਕਟੈਂਟ ਅਤੇ ਪ੍ਰੋਡਕਟਸ ਦੇ ਵਿੱਚ ਐਰੋ ਤੋਂ ਪਹਿਲਾਂ, ਯਾਨੀ ਕਿ ਜੇ ਮੈਂ ਥੋੜ੍ਹਾ ਦੂਸਰੀ ਤਰ੍ਹਾਂ ਬੋਲਾਂ ਅਤੇ ਐਰੋ ਤੋਂ ਬਾਅਦ ਦੇ ਵਿੱਚ ਨੰਬਰ ਆਫ ਐਟਮਸ ਇਕੁਅਲ ਹੋਣੇ ਚਾਹੀਦੇ ਨੇ ਅਤੇ ਬੈਲੈਂਸਡ ਹੋਣੀ ਚਾਹੀਦੀ ਹੈ। ਠੀਕ ਹੈ। ਨਿਚਲੀ ਤਿੰਨੋਂ ਕੰਡੀਸ਼ਨ ਜ਼ਰੂਰੀ ਨੇ, ਪਹਿਲੀ ਜ਼ਰੂਰੀ ਨਹੀਂ ਹੈ। ਉਸ ਤੋਂ ਬਾਅਦ ਹੈ ਜਿਹੜੀ ਅਸੀਂ ਰਿਐਕਸ਼ਨ ਦੇ ਵਿੱਚ ਐਰੋ ਯੂਜ਼ ਕਰਦੇ ਹਾਂ ਲਾਸਟ ਦੇ ਵਿੱਚ, ਇਹ ਕੀ ਰਿਪਰੈਜ਼ੈਂਟ ਕਰਦੀ ਹੈ? ਅਤੇ ਰਿਪਰੈਜ਼ੈਂਟ ਕਰਦੀ ਹੈ ਐਵੋਲਿਊਸ਼ਨ ਆਫ ਗੈਸ। ਜਦੋਂ ਕੋਈ ਗੈਸ ਇਵੋਲਵ ਹੁੰਦੀ ਹੈ, ਨਿਕਲਦੀ ਹੈ। ਉਸ ਤੋਂ ਬਾਅਦ ਹੈ ਨੀਚੇ ਵਾਲੀ ਐਰੋ, ਡਾਊਨਵਰਡ ਐਰੋ ਕੀ ਸ਼ੋ ਕਰੇਗੀ ਸਾਡੀ? ਉਹ ਸ਼ੋ ਕਰੇਗੀ ਫੋਰਮੇਸ਼ਨ ਆਫ ਪ੍ਰੈਸੀਪੀਟੇਟ, ਕੋਈ ਪ੍ਰੈਸੀਪੀਟੇਟ ਬਣਿਆ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਇੱਕ ਕੈਮੀਕਲ ਰਿਐਕਸ਼ਨ ਹੈ ਜਿਹਦੇ ਵਿੱਚ ਹੀਟ ਇਵੋਲਵ ਹੁੰਦੀ ਹੈ, ਯਾਨੀ ਕਿ ਬਾਹਰ ਨਿਕਲਦੀ, ਉਹਨੂੰ ਅਸੀਂ ਕੀ ਕਵਾਂਗੇ? ਉਹਨੂੰ ਅਸੀਂ ਕਵਾਂਗੇ ਐਗਜ਼ੋਥਰਮਿਕ। ਕੀ ਕਵਾਂਗੇ ਉਹਨੂੰ ਅਸੀਂ? ਐਗਜ਼ੋਥਰਮਿਕ। ਉਸ ਤੋਂ ਬਾਅਦ ਹੈ ਇੱਕ ਰਿਵਰਸੀਬਲ ਰਿਐਕਸ਼ਨ ਹੈ, ਯਾਨੀ ਕਿ ਉਹ ਇੱਕ ਵਾਰ ਕਰਨ ਤੋਂ ਬਾਅਦ ਦੁਬਾਰਾ ਵਾਪਿਸ ਹੋ ਸਕਦੀ ਹੈ। ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ? ਉਸਨੂੰ ਲਿਖਣ ਦੇ ਲਈ ਅਸੀਂ ਇਸ ਤਰ੍ਹਾਂ ਐਰੋ ਨੂੰ ਕਰਾਂਗੇ। ਠੀਕ ਹੈ। ਇਸ ਤਰ੍ਹਾਂ ਅਸੀਂ ਕਰਾਂਗੇ। ਠੀਕ ਹੈ। ਇਰੀਵਰਸੀਬਲ ਰਿਐਕਸ਼ਨ ਦੇ ਬਹੁਤ ਸਾਰੇ ਐਗਜ਼ਾਮਪਲਸ ਨੇ, ਅੱਗੇ ਵੀ ਆਪਾਂ ਦੇਖਾਂਗੇ। ਉਸ ਤੋਂ ਬਾਅਦ ਇਹਨਾਂ 'ਚੋਂ ਕਿਹੜੀ ਜਿਹੜੀ ਹੈ ਫਿਜ਼ੀਕਲ ਚੇਂਜ ਹੈ? ਫਿਜ਼ੀਕਲ ਚੇਂਜ ਉਹ ਹੁੰਦੀ ਹੈ, ਉਹ ਚੇਂਜ ਹੁੰਦਾ ਜਿਹਦੇ ਵਿੱਚ ਕੁਛ ਨਇਆ ਨਹੀਂ ਫਾਰਮ ਹੁੰਦਾ। ਫੋਰ ਐਗਜ਼ਾਮਪਲ ਬਰਨਿੰਗ ਆਫ ਵੁੱਡ। ਤਾਂ ਜਿਹੜੀ ਵੁੱਡ ਪਹਿਲਾਂ ਸੀ ਅਤੇ ਜਿਹੜੀ ਹੁਣ ਬਰਨ ਕਰਨ ਤੋਂ ਰਾਖ ਬਚ ਗਈ, ਦੋਨਾਂ 'ਚ ਕਾਫੀ ਅੰਤਰ ਹੈ। ਦੋਨੋਂ ਇੰਨਾ ਅਲੱਗ ਨੇ। ਇੱਕ ਨਵਾਂ ਸਬਸਟਾਂਸ ਫਾਰਮ ਹੋ ਗਿਆ ਸਾਡੇ ਕੋਲ। ਐਵੋਲਿਊਸ਼ਨ ਆਫ ਗੈਸ, ਜਦੋਂ ਅਸੀਂ ਕੋਕ ਦੇ ਵਿੱਚ ਸੋਲਟ ਪਾਉਂਦੇ ਹਾਂ ਤਾਂ ਕੋਈ ਨਵਾਂ ਸਬਸਟਾਂਸ ਨਹੀਂ ਬਣਦਾ, ਅਤੇ ਇਹ ਫਿਜ਼ੀਕਲ ਚੇਂਜ ਆ ਗਿਆ। ਉਸ ਤੋਂ ਬਾਅਦ ਹੈ ਇਹਨਾਂ 'ਚੋਂ ਕੈਮੀਕਲ ਚੇਂਜ ਕਿਹੜਾ ਉਹ ਦੱਸਣਾ। ਤਾਂ ਆਈਸ ਦਾ ਮੈਲਟ ਹੋਣਾ ਕੋਈ ਕੈਮੀਕਲ ਚੇਂਜ ਨਹੀਂ ਹੈ, ਕੋਈ ਨਵਾਂ ਪ੍ਰੋਡਕਟ ਨਹੀਂ ਬਣਿਆ ਹੈ, ਤਾਂ ਪਾਣੀ। ਉਸ ਤੋਂ ਬਾਅਦ ਪਾਣੀ ਦੇ ਵਿੱਚ ਚੀਨੀ ਦਾ ਘੁਲਣਾ, ਉਹ 'ਚ ਕੋਈ ਨਵਾਂ ਸਬਸਟਾਂਸ ਨਹੀਂ ਬਣਿਆ। ਉਸ ਤੋਂ ਬਾਅਦ ਹੈ ਬੋਇਲਿੰਗ ਵਾਟਰ ਦੇ ਵਿੱਚ ਜਿਹੜੀ ਸਟੀਮ ਨਿਕਲਦੀ ਹੈ ਤਾਂ ਉਹ ਵੀ ਹੈ ਤਾਂ ਵੇਪਰ ਦੇ ਫਾਰਮ ਦੇ ਵਿੱਚ ਪਾਣੀ। ਤਾਂ ਲਾਸਟ ਵਨ ਬਿਲਕੁਲ ਸਹੀ ਹੈ, ਜਦੋਂ ਅਸੀਂ ਪਾਣੀ ਦੇ ਵਿੱਚ ਸੋਡੀਅਮ ਨੂੰ ਪਾ ਦਿੰਦੇ ਹਾਂ ਤਾਂ ਜਿਹੜੀ H2 ਗੈਸ ਨਿਕਲਦੀ ਹੈ ਉਹ ਸਾਡੀ ਕੈਮੀਕਲ ਚੇਂਜ ਹੈ।
ਉਸ ਤੋਂ ਬਾਅਦ ਹੈ ਇਹਨਾਂ 'ਚੋਂ ਕੈਮੀਕਲ ਰਿਐਕਸ਼ਨ ਦੇ ਲਈ ਕਿਹੜੀ ਚੀਜ਼ ਜ਼ਰੂਰੀ ਨਹੀਂ ਹੈ, ਤੇ ਇਹਦਾ ਆਨਸਰ ਆਏਗਾ ਕਿ ਉਹ ਐਟੋਮਿਕ ਹੋਣੇ ਚਾਹੀਦੇ, ਇਹ ਚੀਜ਼ ਜ਼ਰੂਰੀ ਨਹੀਂ ਹੈ। ਉਸ ਤੋਂ ਬਾਅਦ ਹੈ ਕੈਮੀਕਲ ਰਿਐਕਸ਼ਨ ਜਿਹਦੇ ਵਿੱਚ ਜਿਹੜੇ ਰਿਐਕਸ਼ਨ ਦੇ ਪ੍ਰੋਡਕਟਸ ਨੇ ਉਹ ਇੰਨੀ क्षमता ਰੱਖਦੇ ਨੇ, ਇੰਨੇ ਕੈਪੇਬਲ ਹੁੰਦੇ ਨੇ ਕਿ ਉਹ ਕਿਸੇ ਹੋਰ ਨਾਲ ਰਿਐਕਟ ਕਰਕੇ, ਕੈਮੀਕਲ ਰਿਐਕਸ਼ਨ ਕਰਕੇ ਦੁਬਾਰਾ ਰਿਐਕਟੈਂਟਸ ਨੂੰ ਦੇ ਸਕਦੇ ਨੇ, ਯਾਨੀ ਕਿ ਜੋ ਅਸੀਂ ਪੜ੍ਹਿਆ ਵੀ ਸੀ ਰਿਵਰਸੀਬਲ। ਠੀਕ ਹੈ, ਤਾਂ ਇਹਦਾ ਆਨਸਰ ਕੀ ਆ ਜਾਏਗਾ, ਰਿਵਰਸੀਬਲ ਰਿਐਕਸ਼ਨ। ਉਸ ਤੋਂ ਬਾਅਦ ਹੈ ਇੱਕ ਰਿਐਕਸ਼ਨ ਜਿਹਦੇ ਵਿੱਚ ਇੱਕ ਜਿਹੜਾ ਕੰਪਾਊਂਡ ਹੈ ਉਹ ਟੁੱਟ ਜਾਂਦਾ ਹੈ ਦੋ ਜਾਂ ਦੋ ਤੋਂ ਜ਼ਿਆਦਾ ਸਬਸਟੈਂਸ ਦੇ ਵਿੱਚ। ਤਾਂ ਮੈਂ ਤੁਹਾਨੂੰ ਚੈਪਟਰ ਸਮਝਾ ਰੱਖਿਆ, ਤੁਸੀਂ ਵੀਡੀਓ ਦੇਖ ਸਕਦੇ ਹੋ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਾਂਗੀ। ਉਹਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਰਿਐਕਸ਼ਨਸ ਦੇ ਬਾਰੇ, ਅਤੇ ਇੱਥੇ ਆਨਸਰ ਆਏਗਾ ਡੀਕੰਪੋਜੀਸ਼ਨ ਰਿਐਕਸ਼ਨ। ਡੀਕੰਪੋਜੀਸ਼ਨ ਦਾ ਮਤਲਬ ਹੀ ਹੁੰਦਾ ਟੁੱਟ ਜਾਣਾ। ਤਾਂ ਜਿਹੜੀ ਰਿਐਕਸ਼ਨ ਦੇ ਵਿੱਚ ਇੱਕ ਕੰਪਾਊਂਡ ਟੁੱਟ ਜਾਂਦਾ ਐਲੀਮੈਂਟਸ ਦੇ ਵਿੱਚ, ਉਹਨੂੰ ਅਸੀਂ ਕੀ ਕਹਾਂਗੇ, ਡੀਕੰਪੋਜੀਸ਼ਨ ਰਿਐਕਸ਼ਨ। ਉਸ ਤੋਂ ਬਾਅਦ ਆਕਸੀਡੇਸ਼ਨ ਦੇ ਅੰਦਰ ਕੀ ਹੁੰਦਾ, ਤਾਂ ਆਕਸੀਡੇਸ਼ਨ ਰਿਐਕਸ਼ਨ ਦੇ ਅੰਦਰ ਇਲੈਕਟ੍ਰੋਨਸ ਨੂੰ ਲੂਜ਼ ਕੀਤਾ ਜਾਂਦਾ। ਤੁਹਾਨੂੰ ਅੱਗੇ ਕੰਮ ਆਏਗਾ, ਪਲੀਜ਼ ਯਾਦ ਰੱਖਣਾ। ਆਕਸੀਡੇਸ਼ਨ ਰਿਐਕਸ਼ਨ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੈ ਉਹਨਾਂ ਨੂੰ ਅਸੀਂ ਲੂਜ਼ ਕਰ ਦਿੰਦੇ ਹਾਂ। ਰਿਡਕਸ਼ਨ ਦੇ ਵਿੱਚ ਅਸੀਂ ਇਲੈਕਟ੍ਰੋਨਸ ਨੂੰ ਗੇਨ ਕਰਦੇ ਹਾਂ, ਯਾਨੀ ਕਿ ਲੈਂਦੇ ਹਾਂ। ਉਸ ਤੋਂ ਬਾਅਦ ਹੈ ਇੱਕ ਜਿਹੜਾ ਰਿਡਿਊਸਿੰਗ ਏਜੰਟ ਹੁੰਦਾ ਹੈ ਉਹ ਕੀ ਕਰੇਗਾ, ਤਾਂ ਰਿਡਿਊਸਿੰਗ ਏਜੰਟ ਕੌਣ ਹੋਏਗਾ, ਉਹ ਜਿਹੜਾ ਖੁਦ ਆਕਸੀਡਾਈਜ਼ ਹੋ ਜਾਏ। ਆਪੋਜ਼ਿਟ ਹੁੰਦਾ, ਜੇ ਰਿਡਿਊਸਿੰਗ ਏਜੰਟ ਪੁੱਛ ਰਹੇ ਨੇ ਤਾਂ ਰਿਡਿਊਸਿੰਗ ਏਜੰਟ ਖੁਦ ਆਕਸੀਡਾਈਜ਼ ਹੋਏਗਾ, ਜੇ ਆਕਸੀਡਾਈਜ਼ਿੰਗ ਪੁੱਛ ਰਹੇ ਨੇ ਤਾਂ ਉਹ ਖੁਦ ਰਿਡਿਊਸ ਹੋਏਗਾ। ਉਸ ਤੋਂ ਬਾਅਦ ਜਿਵੇਂ ਕਿ ਉਹਨੇ ਆਕਸੀਡਾਈਜ਼ਿੰਗ ਏਜੰਟ ਬਾਰੇ ਪੁੱਛਿਆ, ਯਾਨੀ ਕਿ ਉਹ ਰਿਡਿਊਸ ਹੋਏਗਾ, ਅਤੇ ਜਿਹੜਾ ਰਿਡਿਊਸ ਹੋ ਰਿਹਾ ਉਹ ਇਲੈਕਟ੍ਰੋਨਸ ਨੂੰ ਗੇਨ ਕਰੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੈ 2H2O, ਉਹਨੂੰ ਅਸੀਂ ਰਿਐਕਟ ਕੀਤਾ ਤਾਂ 2H2 + O2 ਹੋ ਗਿਆ। ਇਹ ਕੀ ਹੈ, ਡੀਕੰਪੋਜੀਸ਼ਨ ਰਿਐਕਸ਼ਨ ਹੈ। ਇੱਕ ਕੰਪਾਊਂਡ ਸੀਗਾ H2O, ਉਹ ਬ੍ਰੇਕ ਹੋ ਗਿਆ H2 ਅਤੇ O2 ਦੇ ਵਿੱਚ, ਯਾਨੀ ਕਿ ਤੋੜਤਾ ਅਸੀਂ ਉਹਨੂੰ, ਤਾਂ ਡੀਕੰਪੋਜੀਸ਼ਨ ਰਿਐਕਸ਼ਨ ਹੈ। ਅਤੇ ਜਿਸ ਪ੍ਰੋਸੈਸ ਨਾਲ ਅਸੀਂ ਤੋੜਿਆ ਉਹਦੇ ਵਿੱਚ ਬਿਜਲੀ ਯੂਜ਼ ਹੁੰਦੀ ਹੈ, ਅਤੇ ਅਸੀਂ ਉਹਨੂੰ ਇਲੈਕਟ੍ਰੋਲਾਈਸਿਸ ਕਹਿੰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਕੈਮੀਕਲ ਰਿਐਕਸ਼ਨ ਦੇ ਦੌਰਾਨ ਜਦੋਂ ਜਿਹੜਾ ਨਿਊ ਸਬਸਟੈਂਸ ਬਣਦਾ ਹੈ, ਜੇ ਨਿਊ ਸਬਸਟੈਂਸ ਬਣਦਾ ਤਾਂ ਉਹਨੂੰ ਅਸੀਂ ਕੀ ਕਹਾਂਗੇ, ਕੈਮੀਕਲ ਚੇਂਜ। ਜੇ ਨਹੀਂ ਬਣਦਾ ਤਾਂ ਅਸੀਂ ਫਿਜ਼ੀਕਲ ਚੇਂਜ ਕਹਾਂਗੇ। ਕੈਂਡਲ ਦਾ ਬਰਨ ਹੋਣਾ ਕੀ ਹੈ, ਤਾਂ ਇਹਦੇ ਵਿੱਚ ਦੇਖੋ ਪਿੱਛੇ ਆਨਸਰ ਦਿੱਤਾ ਹੋਇਆ ਕੈਮੀਕਲ ਚੇਂਜ। ਠੀਕ ਹੈ, ਜਾਂ ਕੈਮੀਕਲ ਚੇਂਜ ਜਾਂ ਫਿਜ਼ੀਕਲ ਚੇਂਜ। ਮੇਰੇ ਅਕੋਰਡਿੰਗ ਦੋਨੋਂ ਆਉਣਗੇ, ਬਿਕੋਜ਼ ਜਦੋਂ ਮੋਮਬੱਤੀ ਪਿਘਲਦੀ ਹੈ ਤਾਂ ਉਹ ਚੀਜ਼ ਹੋ ਗਈ ਫਿਜ਼ੀਕਲ ਚੇਂਜ, ਅਤੇ ਜਿਹੜੀ ਕੈਂਡਲ ਜਲ ਰਹੀ ਹੈ ਉਹ ਹੋ ਗਈ ਕੈਮੀਕਲ ਚੇਂਜ। ਬਟ ਇੱਥੇ ਬੋਥ ਐਂਡ ਵੀ ਹੈ ਨਹੀਂ ਸੀ, ਇਸ ਕਰਕੇ ਅਸੀਂ ਮੇਨ ਆਨਸਰ ਕੀ ਕਰਾਂਗੇ, ਕੈਮੀਕਲ ਚੇਂਜ। ਠੀਕ ਹੈ। ਉਸ ਤੋਂ ਬਾਅਦ ਗਲੋਇੰਗ ਆਫ ਐਨ ਇਲੈਕਟ੍ਰਿਕ ਲੈਂਪ, ਉਹ ਕੀ ਹੈ, ਕੈਮੀਕਲ ਚੇਂਜ ਹੈ। ਕੈਮੀਕਲ ਰਿਐਕਸ਼ਨ ਦੇ ਨਾਲ ਹੀ ਇਲੈਕਟ੍ਰਿਕ ਲੈਂਪ ਜਿਹੜਾ ਹੈਗਾ ਸਾਡਾ ਜਲਦਾ ਹੈ। ਉਸ ਤੋਂ ਬਾਅਦ ਹੈ ਫਿਜ਼ੀਕਲ ਚੇਂਜ, ਜਿਹਦੇ ਵਿੱਚ ਫਿਜ਼ੀਕਲ ਚੇਂਜ ਕੀ ਹੈ, ਜਿਹਦੇ ਵਿੱਚ ਨਵਾਂ ਸਬਸਟੈਂਸ ਨਹੀਂ ਫਾਰਮ ਹੁੰਦਾ। ਉਸ ਤੋਂ ਬਾਅਦ ਹੈ ਕੈਲਸ਼ੀਅਮ ਆਕਸਾਈਡ + ਹਾਈਡਰੋਜਨ, ਅਸੀਂ ਰਿਐਕਟ ਕਰਵਾਇਆ, ਸਾਡੇ ਕੋਲ ਕੈਲਸ਼ੀਅਮ ਹਾਈਡਰੋਕਸਾਈਡ ਬਣ ਗਿਆ। ਪਹਿਲਾਂ ਸਾਡੇ ਕੋਲ ਦੋ ਕੰਪਾਊਂਡ ਸੀ, ਮਿਲ ਕੇ ਇੱਕ ਕੰਪਾਊਂਡ ਬਣ ਗਏ, ਤਾਂ ਕੀ ਹੋਇਆ, ਡੀਕੰਪੋਜੀਸ਼ਨ ਦੇ ਆਪੋਜ਼ਿਟ ਹੋ ਗਿਆ। ਉਹਦੇ ਵਿੱਚ ਅਸੀਂ ਤੋੜ ਰਹੇ ਸੀ, ਇਹਦੇ ਵਿੱਚ ਤੋੜੇ ਹੋਏ ਨੇ ਜੋੜਿਆ, ਅਤੇ ਇਹ ਕਿਹੜੀ ਹੋ ਗਈ, ਕੰਬੀਨੇਸ਼ਨ ਰਿਐਕਸ਼ਨ ਹੋ ਗਈ। ਉਸ ਤੋਂ ਬਾਅਦ ਹੈ ਇਹਦੇ ਵਿੱਚ ਦੇਖੋ Zn + CuSO4, ਸਾਨੂੰ ਕੀ ਮਿਲ ਰਿਹਾ ਇਹਦੇ ਨਾਲ, ZnSO4 + Cu। ਤਾਂ ਦੇਖੋ Zn ਨੇ Cu ਨੂੰ ਧੱਕਾ ਮਾਰ ਕੇ ਉਹਦੀ ਜਗ੍ਹਾ ਖੁਦ ਲੈ ਲਈ, ਅਤੇ Cu ਨੂੰ ਬਾਹਰ ਕੱਢਤਾ। ਕੀ ਹੈ, ਡਿਸਪਲੇਸਮੈਂਟ ਰਿਐਕਸ਼ਨ ਹੈ, ਉਹਦੀ ਜਗ੍ਹਾ ਲੈ ਲਈ। ਉਸ ਤੋਂ ਬਾਅਦ ਹੈ ਕੈਮੀਕਲ ਫਾਰਮੂਲਾ ਕਿਸੇ ਕੰਪਾਊਂਡ ਦਾ, ਉਹ ਕੀ ਦੱਸਦਾ, ਉਹ ਦੱਸਦਾ ਉਹਦਾ ਅਟੋਮਿਕ ਸਟਰਕਚਰ। ਜਿਵੇਂ ਕਿ ਮੀਥੇਨ ਲੈ ਲਓ, ਉਹਦਾ ਅਟੋਮਿਕ ਸਟਰਕਚਰ ਕੀ ਹੈ, ਉਹਦੇ ਕੈਮੀਕਲ ਫਾਰਮੂਲਾ 'ਤੇ ਪਤਾ ਲੱਗ ਜਾਏਗਾ। ਉਸ ਤੋਂ ਬਾਅਦ ਹੈ ਕਿਹੜੀ ਸਟੇਟਮੈਂਟ ਟਰੂ ਹੈ, ਜੇ ਅਸੀਂ ਕੈਮੀਕਲ ਇਕੁਏਸ਼ਨ ਦੀ ਗੱਲ ਕਰੀਏ ਤਾਂ ਇਹਨਾਂ 'ਚੋਂ ਟਰੂ ਤਾਂ ਇਹੀ ਹੈਗੀ ਆਪਣੀ ਕਿ ਜਿਹੜਾ ਨੰਬਰ ਆਫ ਐਟਮਸ ਹੈ ਉਹ ਸੇਮ ਰਹਿਣਗੇ। ਹੁਣ ਕੋਈ ਕਹੇਗਾ ਕਿ ਆਲ ਆਫ ਦੀ ਅਬਵ ਕਿਉਂ ਨਹੀਂ ਆਏਗਾ, ਦੇਖੋ ਜਦੋਂ ਅਸੀਂ ਰਿਐਕਸ਼ਨ ਕਰਦੇ ਹਾਂ, ਮੰਨ ਲਓ ਕੋਈ ਡਿਸਪਲੇਸਮੈਂਟ ਰਿਐਕਸ਼ਨ ਹੋ ਗਈ, ਤਾਂ ਮਾਸ ਤਾਂ ਸੇਮ ਨਹੀਂ ਰਹੇਗਾ, ਹਰ ਕੰਪਾਊਂਡ ਦਾ ਮਾਸ ਬਦਲ ਜਾਂਦਾ ਹੈ। ਜਿਵੇਂ ਕਿ ਉਰੇ ਲਗਾ ਲਓ ਜੀ HCl ਸੀਗਾ, ਉਰੇ ਜਾ ਕੇ KCl ਹੋ ਗਿਆ, ਦੋਨਾਂ ਦਾ ਮਾਸ ਅਲੱਗ ਹੋ ਜਾਏਗਾ, ਕਿਤੇ HCl ਕਿਤੇ KCl। ਉਸ ਤੋਂ ਬਾਅਦ ਮੋਲਸ ਦੀ ਗੱਲ ਕਰੀਏ, ਮੋਲਸ ਵੀ ਬਦਲ ਜਾਣਗੇ, ਓਬਵੀਅਸਲੀ ਮੋਲਸ ਵੀ ਬਦਲਣਗੇ। ਤਾਂ ਇਸ ਕਰਕੇ ਅਸੀਂ ਕਰਾਂਗੇ ਸਿਰਫ ਨੰਬਰ ਆਫ ਐਟਮਸ ਜਿਹੜੇ ਨੇ ਉਹ ਸੇਮ ਰਹਿੰਦੇ ਨੇ, ਬਾਕੀ ਸਭ ਕੁਝ ਬਦਲ ਜਾਂਦਾ। ਤਾਂ ਟਰੂ ਪੁੱਛਿਆ ਸੀ, ਅਸੀਂ B ਆਪਸ਼ਨ ਸਿਲੈਕਟ ਕਰਾਂਗੇ। ਹੁਣ ਆ ਜਾਂਦੇ ਇਸ 'ਤੇ, ਤਾਂ ਇਹ ਰਿਐਕਸ਼ਨ ਸਾਨੂੰ ਦਿੱਤੀ ਹੋਈ ਹੈ, ਇਹਦੇ ਵਿੱਚ ਅਸੀਂ ਦੱਸਣਾ ਕਿ ਪੋਟੈਸ਼ੀਅਮ ਪਰਮੈਂਗਨੇਟ ਦੇ ਕਿੰਨੇ ਮੋਲਸ ਸਾਨੂੰ ਚਾਹੀਦੇ ਨੇ ਜੇ ਅਸੀਂ ਪੋਟੈਸ਼ੀਅਮ ਕਲੋਰਾਈਡ ਦੇ 2 ਮੋਲਸ ਨੂੰ ਬਣਾਉਣਾ ਹੈ। ਤਾਂ ਇੱਥੇ ਵੀ ਸਾਡੇ ਕੋਲ 2 ਮੋਲਸ ਜੇ ਅਸੀਂ ਦੇਖੀਏ ਪੋਟੈਸ਼ੀਅਮ ਕਲੋਰਾਈਡ ਦੇ ਬਣੇ ਹੋਏ ਨੇ, ਤਾਂ ਅਸੀਂ ਕਿੰਨਾ ਯੂਜ਼ ਕੀਤਾ ਪੋਟੈਸ਼ੀਅਮ ਪਰਮੈਂਗਨੇਟ, ਅਸੀਂ ਕੀਤੇ 2, ਤਾਂ ਆਨਸਰ ਇੱਥੇ 2 ਹੀ ਆਏਗਾ, 2 ਮੋਲਸ। ਠੀਕ ਹੈ। ਓਹੋ ਇੱਕ ਮਿੰਟ ਰੁਕੋ। ਸੋ ਡੀਕੰਪੋਜੀਸ਼ਨ ਰਿਐਕਸ਼ਨ ਕਿਹਦੇ ਆਪੋਜ਼ਿਟ ਹੈ, ਹੁਣੇ ਮੈਂ ਤੁਹਾਨੂੰ ਦੱਸਿਆ ਸੀ ਕੰਬੀਨੇਸ਼ਨ ਰਿਐਕਸ਼ਨ। ਕਿਸੇ ਇਕੁਏਸ਼ਨ ਦੇ ਵਿੱਚ ਜਿਹੜੇ ਟੋਟਲ ਨੰਬਰ ਆਫ ਐਟਮਸ ਨੇ ਉਹ ਬੋਥ ਸਾਈਡ 'ਤੇ ਸੇਮ ਹੁੰਦੇ ਨੇ, ਅਤੇ ਅਸੀਂ ਇਸੇ ਚੀਜ਼ ਨੂੰ ਕੀ ਕਹਿੰਦੇ ਹਾਂ, ਕੈਮੀਕਲ ਬੈਲੈਂਸਿੰਗ। ਠੀਕ ਹੈ। ਉਸ ਤੋਂ ਬਾਅਦ ਹੈ ਕੈਮੀਕਲ ਫਾਰਮੂਲਾ ਸੋਡੀਅਮ ਹਾਈਡਰੋਕਸਾਈਡ ਦਾ ਕੀ ਹੈ, ਇਹਦਾ ਬਹੁਤ ਈਜ਼ੀ ਹੈ, NaOH, ਫਸਟ ਆਪਸ਼ਨ। ਠੀਕ ਹੈ।
ਇਹ ਧਿਆਨ ਰੱਖਣਾ ਹੈ ਐਨ ਏ ਦਾ ਏ ਹਮੇਸ਼ਾ ਛੋਟਾ ਆਏਗਾ ਤੇ ਕਦੇ ਵੀ ਓ ਐਚ ਦੋਨਾਂ 'ਚੋਂ ਕੋਈ ਵੀ ਛੋਟਾ ਨਹੀਂ ਪਾਉਣਾ, ਦੋਨੋਂ ਵੱਡੇ ਆਉਣਗੇ। ਠੀਕ ਹੈ, ਨੈਕਸਟ ਆਏਗਾ ਸਾਡੇ ਕੋਲ ਐਵੋਗੈਡਰੋਜ਼ ਨੰਬਰ ਦਿੱਤਾ ਹੋਇਆ 6.023 × 10⁻23 यानी कि 1 मोल दिता होया वाटर का। दसना का मास कितना होएगा। सो देखो साढ़े कोल कैमिकल फॉर्मूला कि वाटर का H2O, हाइड्रोजन का मास कितना है 1, हाइड्रोजन के एटम किन्ने ने 2, यानी 2 नाल मल्टीप्लाई करूँगी। जो हुण 1 मैगी 10 रुपये दी 2 लै रही हाँ तो 10 नूं 2 नाल मल्टीप्लाई करूँगी ना। उसी तरह ऑक्सीजन का कितना है साढ़े कोल मास 16, तो दोनों में ऐड करेंगे मास है दोनों का प्लस होएगा ना। हाइड्रोजन का अपना मास है, ऑक्सीजन का अपना मास है, दोनों का ऐड करेंगे बिकॉज वो कंपाउंड ने। सो 2 1 जा 2 + 16 आ जाएगा साढ़े कोल 18। सो 18 ग्राम्स का आंसर है। टिक इत्थे गलती नाल 18 kg लग्या हुआ है। ठीक है, उस तो बाद है कहते इन्हां विच्चों एंडोथर्मिक रिएक्शन किहड़ी है। तो एंडोथर्मिक अख बंद करके उत्ते ला देना जिहदे विच जिहड़े साडे प्रोडक्ट्स ने रिएक्ट करन तो बाद जिहड़े साडे प्रोडक्ट्स मिले ने उन्हां दे विच हीट इवॉल्व होई होवे। तो देखो पहले दे विच हीट असी दे रहे हां। ठीक है, सॉरी ओके नैक्सट चलते हैं। सानू एवोगैड्रोस नंबर दिता होया 6.022 × 10⁻23। असी दसना है कि जे साडे कोल इन्ने मॉलिक्यूल्स है वाटर दे तो उसदा मास कितना होएगा, यानी कि सानू 1 मोल दे रखे वाटर का। सो असी करांगे ओके पेन कर दें ओपन। H2O, हाइड्रोजन का मास कितना है 1, हाइड्रोजन के एटम कितने 2, प्लस ऑक्सीजन का कितना 16, तो 2 1 = 2 + 16 साढ़े को आ जाएगा 18 ग्राम्स आंसर। ठीक है, आगे चलते हैं। टिक्के थे 18 kg तो लगी है, कन्फ्यूज़ नहीं होना। ठीक है, एंडोथर्मिक रिएक्शन बहुत ईजी है। जो एंडोथर्मिक रिएक्शन केड़ी है जिहदे विच हीट एब्जॉर्ब होवे, यानी कि जिहदे विच रिएक्टेंट दे विच प्लस हीट होवे। अखा बंद करके चुपचाप उत्ते टिक लगा दो, यानी कि पहले ऑप्शन ते, क्योंकि उहदे विच रिएक्टेंट दे विच प्लस हीट होई हुई है। उस तो बाद रिडॉक्स रिएक्शन केड़ी हुंदी है। रिडॉक्स दे विच की हुंदा जिहदे विच ऑक्सीडेशन भी होवे ते साडी रिडक्शन भी हो जाए। ठीक है, सो पहली देखिए पहली केड़ी है साडी AgNO3 सीगा, इधर आके AgCl हो गया तो जोड़ा HNO3 सी वो बन गया। तो यानी कि डिस्प्लेसमेंट होगी, डबल डिस्प्लेसमेंट रिएक्शन होगी। उस तो बाद गल करिए अगली भी साडी डबल डिस्प्लेसमेंट रिएक्शन है। थर्ड की गल करिए तो ये साडी असी नहीं कह सकते बिकॉज ये कॉम्बीनेशन रिएक्शन है। 2 एलीमेंट्स ये 2 कंपाउंड होंगे ने वो राइट साइड से जाके यानी कि प्रोडक्ट से जाके एक सिंगल बन जाते हैं। तो वही चीज़ हुई है, साडा आंसर क्या है डी ऑप्शन। ठीक है, ये देखो पहला Fe2O3 सीगा जो कि कल्ला Fe बन गया, यानी कि रिड्यूस हो गया। उस तो बाद एलूमीनियम की गल करिए तो वो ऑक्सीडाइज हो गया। तो दोनों हो गई रिडॉक्स रिएक्शन है, डी ऑप्शन आएगा। उस तो बाद है केड़ी रिएक्शन है जिहदे विच एक सबस्टांस ऑक्सीडाइज हुंदा ते दूजा रिड्यूस हुंदा ते इहनूं रिडॉक्स रिएक्शन ही कहंदे ने, वही चीज़ है। उस तो बाद इन्हां चों एक्सोथर्मिक रिएक्शन कौन रिप्रेजेंट कर रहा है। एक्सोथर्मिक केड़ी है, एक्सोथर्मिक केड़ी है जिहड़ी हीट इवॉल्व करे ना। सो फर्स्ट ऑप्शन आएगा, उहदे विच तो निकल रही है प्रोडक्ट्स दे विचों हीट। ठीक है ना, उस तो बाद है एंडोथर्मिक की असीं गल करिए तो आंसर सीधा जो दिख रहा है बी ऑप्शन है, क्योंकि हीट जिहड़ी हैगी आ निकल रही है, बाहर आ रही है। ठीक है, उस तो बाद है बैलेंस्ड इक्वेशन केड़ी है इन्हां दे विचों। तो बहुत ईजी है बैलेंस्ड इक्वेशन, सेकंड वाली है बिकॉज कार्बन दे इधर 1 है, इधर भी कार्बन का 1 है, इधर हाइड्रोजन के 4 है, इधर भी 4 है। बिकॉज इस तरह लिखा हुआ है ना, तो इन्हां दी मल्टीप्लाई हुंदी हमेशा, तो 4 हो गए हाइड्रोजन के। ठीक है, उस तो बाद है ऑक्सीजन के इधर किन्ने ने 4 मल्टीप्लाई करनी सी, इत्थे भी ऑक्सीजन के किन्ने हो गए 4। हुण तुसीं कहोगे 4 किवें होए तो 2 होए, तो देखो कार्बन के नाल भी तो 2 ऑक्सीजन पे हैं, 2 उरे पे हैं। तो तुहानूं दिख रहा है कि उरे सिंगल पे है, तो ध्यान नाल देखोगे सारे नाल लग्या 2 H2 नाल भी लग्या, 2 O दे नाल भी लग्या कहण नूं जे सब तो अगे लग्या। ठीक है, आ जिहड़ा 2 है ना ये नाल भी मन्निया जाएगा। ठीक है ना, इस करके ये भी उरे 2 एटम्स ही ने ऑक्सीजन के भी। अगे कैमिकल रिएक्शन दे विच किहड़ी चीज़ एलिमीनेट हुंदी है, ये तुहाडे लई होमवर्क क्वेश्चन है। ठीक है, पंजाबी मीडियम के आई थिंक तुहानूं दिख रहा है। उस तो बाद है 1 मोल किसी भी एटम का 1 मोल किहदे बराबर होंदा, उपर ही दस्सिया सी एवोगैड्रो नंबर दे 6.023 × 10⁻23 एटम्स। उस तो बाद क्वेश्चन रिपीट है, छड्ड दो। उस तो बाद ये किहड़ी रिएक्शन है, सीधे जो दिख रहा है डिस्प्लेसमेंट रिएक्शन है। ZN ने CO नूं बाहर करता तो खुद उसकी जगह ले ली। ठीक है, उस तो बाद है
0.40 ਮੋਲਸ CO2 ਦੇ ਕਿੰਨਾ ਵਜ਼ਨ ਰੱਖਣਗੇ। ਤਾਂ ਪਹਿਲਾਂ ਤਾਂ ਅਸੀਂ CO2 ਦਾ ਪਤਾ ਕਰ ਲੈਂਦੇ ਹਾਂ 1 ਮੋਲ ਦਾ ਮਾਸ, ਠੀਕ ਹੈ। 1 ਮੋਲ ਦਾ ਮਾਸ ਪਤਾ ਕਰ ਲੈਂਦੇ ਹਾਂ। ਤਾਂ ਕਾਰਬਨ ਦਾ ਜਿਹੜਾ ਮਾਸ ਹੈ ਉਹ ਕਿੰਨਾ ਹੋਏਗਾ 12 ਪਲੱਸ ਆਕਸੀਜਨ ਦਾ 16 ਮਲਟੀਪਲਾਈਡ ਬਾਈ 2। ਤਾਂ ਇਹ ਕਿੰਨਾ ਆ ਜਾਏਗਾ 16 2 32 ਪਲੱਸ ਅਸੀਂ ਕਰਾਂਗੇ 12 ਕਿੰਨਾ ਆ ਜਾਏਗਾ 2 + 2 4 3 + 1 4 44 ਆ ਗਿਆ 44 ਗ੍ਰਾਮਸ ਆ ਗਿਆ। ਹੁਣ ਦੇਖੋ ਤੁਸੀਂ ਇਹ ਚੀਜ਼ ਸਮਝੋ ਕਿ ਜੇ 1 ਮੈਗੀ ਦੀ ਕੋਸਟ 10 ਰੁਪੀਜ਼ ਹੈ, ਠੀਕ ਹੈ। 1 ਮੈਗੀ ਦੀ ਕੋਸਟ ਜੇ 10 ਰੁਪੀਜ਼ ਹੈ ਅਤੇ 2 ਮੈਗੀ ਦੀ ਕਿੰਨੀ ਹੋਏਗੀ 20। ਅਸੀਂ ਕੀ ਕਰਦੇ ਹਾਂ ਇਹਨਾਂ ਦੋਨਾਂ ਦੀ ਮਲਟੀਪਲਾਈ। ਉਸੇ ਤਰ੍ਹਾਂ ਜੇ 1 ਮੋਲ ਦੀ ਜਿਹੜੀ ਸਾਡੇ ਮਤਲਬ 1 ਮੋਲ ਦੇ ਅੰਦਰ ਜਿਹੜਾ ਮਾਸ ਹੈ ਉਹ ਕਿੰਨਾ ਆਇਆ ਸਾਡਾ 44, ਤਾਂ 0.40 ਦੇ ਵਿੱਚ ਕਿੰਨਾ ਹੋਏਗਾ ਇਹਨਾਂ ਦੋਨਾਂ ਦੀ ਮਲਟੀਪਲਾਈ। ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੋਗੇ, ਸੋਲਵ ਕਰੋਗੇ, ਆਂਸਰ ਆ ਜਾਏਗਾ 17.6 ਗ੍ਰਾਮ। ਉਸ ਤੋਂ ਬਾਅਦ ਆਈਸੋਮਰ ਰਿਐਕਸ਼ਨ ਕਿਹਨੇ ਡਿਸਕਵਰ ਕੀਤੀ ਹੈ ਵੋਲਰ ਨੇ। ਉਸ ਤੋਂ ਬਾਅਦ ਹੈ ਇਹ ਕਿਹੜੀ ਰਿਐਕਸ਼ਨ ਗਿਵਨ ਹੈ ਸਾਨੂੰ ਕੰਬੀਨੇਸ਼ਨ ਰਿਐਕਸ਼ਨ ਹੈ, ਸਿੱਧਾ ਹੀ ਦਿਖ ਰਿਹਾ ਹੈ। ਉਸ ਤੋਂ ਬਾਅਦ ਹੈ ਕਿਹੜੀ ਰਿਐਕਸ਼ਨ ਦੱਸਣੀ ਹੈ ਅਸੀਂ ਕਿ ਕਿਹੜੀ ਰਿਐਕਸ਼ਨ ਹੈ। ਤਾਂ ਦੇਖਣ 'ਚ ਪਤਾ ਲੱਗ ਰਿਹਾ ਡਿਸਪਲੇਸਮੈਂਟ ਰਿਐਕਸ਼ਨ ਹੈ। Mg ਨੇ CO ਨੂੰ ਬਾਹਰ ਕੱਢ ਕੇ ਉਹਦੀ ਜਗ੍ਹਾ ਲੈ ਲਈ ਹੈ। ਉਸ ਤੋਂ ਬਾਅਦ ਹੈ ਕੈਮੀਕਲ ਰਿਐਕਸ਼ਨ ਦੇ ਟਾਈਮ 'ਤੇ ਕੀ ਹੁੰਦਾ। ਤਾਂ ਨਵੇਂ ਬੌਂਡਸ ਬਣਦੇ ਵੀ ਨੇ, ਪੁਰਾਣੇ ਬੌਂਡਸ ਟੁੱਟਦੇ ਵੀ ਨੇ, ਠੀਕ। ਓਕੇ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਕੀ ਕਹਿੰਦਾ ਹੈ ਕਿ ਸਾਡੇ ਕੋਲ ਇੱਕ ਐਟਮ ਹੈ ਕਾਰਬਨ ਦਾ, ਸਾਨੂੰ ਉਹਦਾ ਐਕਚੁਅਲ ਮਾਸ ਦੱਸਣਾ। ਸੋ ਦੇਖੋ 12 ਮਾਸ ਹੁੰਦਾ ਕਾਰਬਨ ਦਾ। ਟੋਟਲ ਐਟਮਸ ਕਿੰਨੇ ਹੁੰਦੇ 6.022 × 10⁻23 ਜਿਹਦਾ 12 ਮਾਸ ਹੈ। ਦੇਖੋ ਜਿਵੇਂ ਹੁਣ ਮੈਂ ਦੇਖਾਂ ਮੇਰੇ ਕੋਲ 60 ਪੈਕਟ ਨੇ, ਠੀਕ ਹੈ। 60 ਨਹੀਂ ਮੰਨ ਲਓ 6 ਪੈਕਟ ਨੇ ਜੋ ਉਹਨਾਂ ਦੀ ਕੋਸਟ 60 ਰੁਪਏ ਹੈ। ਉਸੇ ਤਰ੍ਹਾਂ ਜੇ ਮੇਰੇ ਕੋਲ ਸੇਮ ਇਹੀ ਕੰਡੀਸ਼ਨ ਹੈ ਤਾਂ ਮੈਂ ਡਿਵਾਈਡ ਕਰਦੀ ਹਾਂ ਨਾ ਕਿ ਜੇ ਇੱਕ ਦੀ ਕੋਸਟ ਪਤਾ ਕਰਨਾ, ਉਸ ਤਰ੍ਹਾਂ ਜੇ ਇੱਕ ਐਟਮ ਦਾ ਪਤਾ ਕਰਨਾ ਮੈਂ ਡਿਵਾਈਡ ਕਰਾਂਗੀ। ਸੋ ਮੈਂ 12 ਨੂੰ ਜਦੋਂ ਡਿਵਾਈਡ ਕਰਾਂਗੀ 6.022 × 10⁻23 ਨਾ ਮੇਰੇ ਕੋਲ ਇਹ ਆਂਸਰ ਆਏਗਾ। ਇੰਨਾ ਧਿਆਨ ਰੱਖਣਾ 23 ਮਾਈਨਸ ਦਾ ਆਏਗਾ ਬਿਕੋਜ਼ ਜਿਹੜਾ 23 ਅਪੋਨ 'ਚ ਹੋਏਗਾ, ਅਪੋਨ 'ਚ ਹੋਣ ਕਰਕੇ ਜਦੋਂ ਅਸੀਂ ਇਸਨੂੰ ਉੱਪਰ ਲੈ ਕੇ ਆਵਾਂਗੇ ਤਾਂ ਉਹ ਮਾਈਨਸ ਬਣ ਜਾਏਗਾ, ਪਾਵਰ ਦੇ ਅੱਗੇ ਮਾਈਨਸ ਆ ਜਾਏਗਾ। ਕਾਮਨ ਸੋਲਟ ਕੀ ਹੈ ਨਿਊਟਰਲ ਹੈ। ਉਸ ਤੋਂ ਬਾਅਦ ਮਿਲਕ ਆਫ ਮੈਗਨੀਸ਼ੀਆ ਨੂੰ ਅਸੀਂ ਐਜ਼ ਐਂਟੈਸਿਡ ਕਿਉਂ ਯੂਜ਼ ਕਰਦੇ ਹਾਂ ਬਿਕੋਜ਼ ਉਹ ਬੇਸਿਕ ਹੈ। ਮਿਲਕ ਆਫ ਮੈਗਨੀਸ਼ੀਆ ਨੂੰ ਅਸੀਂ ਉਦੋਂ ਯੂਜ਼ ਕਰਦੇ ਜਿਵੇਂ ਕਿ ਸਾਨੂੰ ਜਦੋਂ ਇਨਡਾਈਜੈਸ਼ਨ ਹੋ ਜਾਂਦੀ ਹੈ, ਐਸਿਡ ਬਹੁਤ ਜ਼ਿਆਦਾ ਹੋ ਜਾਂਦਾ ਆਪਣੇ ਪੇਟ ਦੇ ਅੰਦਰ। ਲਾਈਮ ਵਾਟਰ ਰੈੱਡ ਲਿਟਮਸ ਨੂੰ ਕਿਹਦੇ ਵਿੱਚ ਕਨਵਰਟ ਕਰ ਦੇਗਾ ਬਲੂ ਦੇ ਵਿੱਚ ਕਰ ਦੇਗਾ। ਨਿਊਟਰਲਾਈਜੇਸ਼ਨ ਰਿਐਕਸ਼ਨ ਕਿਹਦੇ ਵਿੱਚ ਹੁੰਦੀ ਹੈ ਇੱਕ ਐਸਿਡ ਅਤੇ ਇੱਕ ਬੇਸ ਦੇ ਵਿੱਚ ਹੁੰਦੀ ਹੈ। ਜਿਹੜਾ ਆਂਟ ਦਾ ਯਾਨੀ ਕਿ ਅਸੀਂ ਕਹਿੰਦੇ ਹਾਂ ਜਿਹਨੂੰ ਆਪਾਂ ਚੀਂਟੀ ਦਾ ਜਿਹੜਾ ਸਟਿੰਗ ਹੁੰਦਾ ਉਹਦੇ ਵਿੱਚ ਕੀ ਪਾਇਆ ਜਾਂਦਾ ਫੋਰਮਿਕ ਐਸਿਡ। ਇੱਕ ਐਸਾ ਸਬਸਟੈਂਸ ਦੱਸਣਾ ਜੋ ਐਸਿਡਿਕ ਹੋਵੇ ਨੇਚਰ ਦੇ ਵਿੱਚ ਲੈਮਨ। ਕੋਈ ਨੈਚੁਰਲ ਇੰਡੀਕੇਟਰ ਦੱਸਣਾ ਲਿਟਮਸ। ਉਸ ਤੋਂ ਬਾਅਦ ਜਿਹੜਾ ਲਿਟਮਸ ਸਾਡੇ ਕੋਲ ਅਵੇਲੇਬਲ ਹੁੰਦਾ ਉਹ ਕਿਹੜਾ ਹੁੰਦਾ ਰੈੱਡ ਅਤੇ ਬਲੂ। ਉਸ ਤੋਂ ਬਾਅਦ ਲਾਈਮ ਵਾਟਰ ਦਾ ਜਿਹੜਾ ਨੇਮ ਹੈ ਉਹ ਕੀ ਹੈ ਅਤੇ ਇਹਦਾ ਕੀ ਆ ਜਾਏਗਾ ਕੈਲਸ਼ੀਅਮ ਹਾਈਡਰੋਕਸਾਈਡ। ਮਿਲਕ ਆਫ ਮੈਗਨੀਸ਼ੀਆ ਕੀ ਹੈ ਸਾਡਾ ਐਂਟੈਸਿਡ ਹੈ। ਟਰਮਰਿਕ ਜੇ ਸਾਡੀ ਵਾਈਟ ਸ਼ਰਟ 'ਤੇ ਗਿਰ ਜੇ, ਠੀਕ ਹੈ, ਅਤੇ ਜੇ ਅਸੀਂ ਉਹ 'ਤੇ ਸਾਬਣ ਲਾ ਦਈਏ ਤਾਂ ਉਹ ਰੈੱਡ ਹੋ ਜਾਂਦਾ। ਉਹ ਕਿਉਂ ਹੁੰਦਾ ਬਿਕੋਜ਼ ਜਿਹੜੀ ਸਾਡੀ ਸਾਬਣ ਹੈ ਉਹ ਕਿਹੜੇ ਨੇਚਰ ਦੀ ਹੈ। ਇੱਕ ਮਿੰਟ ਯਾਰ ਰੁਕੋ ਪਲੀਜ਼। ਬੇਸਿਕ, ਠੀਕ ਹੈ। ਉਸ ਤੋਂ ਬਾਅਦ ਹੈ ਮੈਚ ਕਰਨਾ ਐਸਟਿਕ ਐਸਿਡ ਕਿਹਦੇ ਵਿੱਚ ਪਾਇਆ ਜਾਏਗਾ ਵਿਨੇਗਰ ਦੇ ਅੰਦਰ। ਫੋਰਮਿਕ ਐਸਿਡ ਸਾਡਾ ਕਿਹਦੇ ਅੰਦਰ ਪਾਇਆ ਜਾਏਗਾ ਫੋਰਮਿਕ ਐਸਿਡ ਪਾਇਆ ਜਾਏਗਾ ਐਂਟ ਸਟਿੰਗ ਦੇ ਅੰਦਰ। ਟੈਟੈਰਿਕ ਐਸਿਡ ਜਾਏਗਾ ਗ੍ਰੇਪਸ ਅਤੇ ਮੈਂਗੋਜ਼ ਦੇ ਵਿੱਚ। ਲੈਕਟਿਕ ਐਸਿਡ ਜਾਏਗਾ ਕਰਡ ਦੇ ਵਿੱਚ, ਠੀਕ ਹੈ। ਕੋਮਨ ਐਂਟੈਸਿਡ ਕਿਹੜਾ ਹੈ ਹੁਣੇ ਪੜ੍ਹਿਆ ਸੀ ਮੈਗਨੀਸ਼ੀਅਮ ਹਾਈਡਰੋਕਸਾਈਡ। ਉਸ ਤੋਂ ਬਾਅਦ ਜਿਹੜੇ ਡਿਟਰਜੈਂਟ ਹੁੰਦੇ ਉਹਨਾਂ ਦਾ ਕੋਮਨ ਗਰੁੱਪ ਕਿਹੜਾ ਹੁੰਦਾ RC6H4SO3Na। ਉਸ ਤੋਂ ਬਾਅਦ ਹੈ ਕਰੈਕਟ ਸੀਕੁਐਂਸ ਕੀ ਹੈ ਨਾਈਟ੍ਰੋਜਨ ਸਾਈਕਲ ਦਾ। ਜੇ ਅਸੀਂ ਨਾਈਟ੍ਰੋਜਨ ਗੈਸ ਤੋਂ ਸ਼ੁਰੂ ਕਰੀਏ ਤਾਂ ਨਾਈਟ੍ਰੋਜਨ ਫਿਕਸੇਸ਼ਨ, ਉਸ ਤੋਂ ਬਾਅਦ ਅਮੋਨੀਫਿਕੇਸ਼ਨ, ਦੈਨ ਨਾਈਟ੍ਰੀਫਿਕੇਸ਼ਨ, ਦੈਨ ਡੀਨਾਈਟ੍ਰੀਫਿਕੇਸ਼ਨ। ਉਸ ਤੋਂ ਬਾਅਦ ਹੈ ਇਹਨਾਂ 'ਚੋਂ ਕਿਹੜਾ ਜਿਹੜਾ ਪੇਅਰ ਹੈ ਉਹ ਸ਼ੋ ਕਰੇਗਾ ਡਿਸਪਲੇਸਮੈਂਟ ਰਿਐਕਸ਼ਨ ਨੂੰ ਅਤੇ ਇਹਦਾ ਆਂਸਰ ਆ ਜਾਏਗਾ ਐਲੂਮੀਨੀਅਮ ਕਲੋਰਾਈਡ। ਸੋਲਿਊਸ਼ਨ ਦੇ ਜੇ ਅਸੀਂ ਮੈਗਨੀਸ਼ੀਅਮ ਨਾਲ ਕਰਵਾਉਂਦੇ ਹਾਂ ਮੈਗਨੀਸ਼ੀਅਮ ਰਿਐਕਟੀਵਿਟੀ ਸੀਰੀਜ਼ ਦੇ ਵਿੱਚ ਉੱਪਰ ਆਉਣ ਕਰਕੇ ਐਲੂਮੀਨੀਅਮ ਨੂੰ ਧੱਕਾ ਮਾਰ ਕੇ ਉਹਦੀ ਜਗ੍ਹਾ 'ਤੇ ਖੁਦ ਆ ਜਾਏਗਾ, ਇਸ ਕਰਕੇ ਮੈਗਨੀਸ਼ੀਅਮ ਕਲੋਰਾਈਡ ਬਣ ਜਾਏਗਾ। ਅੱਗੇ ਚੱਲਦੇ ਹਾਂ। ਜਿਹੜਾ ਆਬਜੈਕਟ ਹੈ ਇੱਕ ਆਬਜੈਕਟ ਨੂੰ 3 ਲਿਕੁਇਡਸ ਦੇ ਵਿੱਚ ਪਾਇਆ ਜਾਂਦਾ ਜਿਹਨਾਂ ਦੀ ਐਡਡ ਡੈਂਸਿਟੀ ਹੈ। ਡੈਂਸਿਟੀ ਦੇ ਰੱਖੀ ਹੈ ਪਹਿਲੇ ਦੀ 1/9 ਹੈ, ਦੂਜੇ ਦੀ 2/11 ਹੈ, ਤੀਜੇ ਦੀ 3/7 ਹੈ। ਅਸੀਂ ਦੱਸਣਾ ਹੈ ਕਿ ਜਿਹੜੀ ਡੈਂਸਿਟੀਜ਼ ਹੈ ਇਹਨਾਂ ਦੇ ਵਿੱਚ ਕਿਹੜਾ ਰਿਲੇਸ਼ਨ ਬਣੇਗਾ ਅਤੇ ਆਂਸਰ ਆਏਗਾ ਡੀ ਆਪਸ਼ਨ ਆਏਗਾ। D1 ਸਭ ਤੋਂ ਘੱਟ ਹੋਏਗੀ ਜਿਹੜੀ ਕਿ 1/9 ਹੈ। D2 ਸੈਕਿੰਡ ਨੰਬਰ 'ਤੇ ਸਭ ਤੋਂ ਜ਼ਿਆਦਾ ਜਿਹੜੀ ਡੈਂਸਿਟੀ ਉਹ ਕਿਹਦੀ ਹੋਏਗੀ D3 ਦੀ, ਠੀਕ ਹੈ।
ਉਸ ਤੋਂ ਬਾਅਦ ਇਲੈਕਟ੍ਰੋਲਾਈਸਿਸ ਯਾਨੀ ਕਿ ਅਸੀਂ ਬਿਜਲੀ ਨਾਲ ਜਿਹੜਾ ਪਾਣੀ ਨੂੰ ਡੀਕੰਪੋਜ਼ ਕਰਦੇ ਤੋੜਦੇ ਹਾਂ ਤਾਂ ਜਿਹੜਾ ਰੇਸ਼ੋ ਹੁੰਦਾ ਹਾਈਡਰੋਜਨ ਅਤੇ ਗੈਸ ਆਕਸੀਜਨ ਗੈਸ ਦਾ ਨਿਕਲਣ ਦਾ ਉਹ ਕੀ ਹੁੰਦਾ 2:1। ਇਹ ਕੁਐਸਚਨ ਤਾਂ ਆਈ ਥਿੰਕ ਤੁਹਾਨੂੰ ਬਿਲਕੁਲ ਰਟਿਆ ਹੋਏਗਾ 9th 'ਚ ਬਹੁਤ ਵਾਰ ਆਇਆ। ਕੈਲਸ਼ੀਅਮ ਆਕਸਾਈਡ ਜਿਹੜਾ ਹੈਗਾ ਪਾਣੀ ਨਾਲ ਬਹੁਤ ਵਿਗਰਸਲੀ ਬਹੁਤ ਜ਼ਿਆਦਾ ਜ਼ੋਰਦਾਰ ਕਿਰਿਆ ਕਰਦਾ ਹੈ ਯਾਨੀ ਕਿ ਰਿਐਕਟ ਕਰਦਾ ਹੈ ਤਾਂ ਉਹਨਾਂ ਨਿਕਲਦਾ ਕੀ ਹੈ ਤਾਂ ਕੈਲਸ਼ੀਅਮ ਹਾਈਡਰੋਕਸਾਈਡ ਨਿਕਲਦਾ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਹੀਟ ਨਿਕਲਦੀ ਹੈ। ਉਸ ਤੋਂ ਬਾਅਦ ਹੈ ਜੇ ਅਸੀਂ ਆਇਰਨ ਸਿਲਵਰ ਦੀ ਗੱਲ ਕਰੀਏ ਅਤੇ ਕੋਪਰ ਦੀ ਗੱਲ ਕਰੀਏ ਕਰੋਜ਼ਨ ਦੇ ਨਾਲ ਅਤੇ ਕਿਹੜੀ ਜਿਹੜੀ ਕੋਟਿੰਗ ਹੈ ਬਣਦੀ ਹੈ ਤਾਂ ਆਇਰਨ ਦੇ ਉੱਤੇ ਬਰਾਊਨ, ਸਿਲਵਰ ਦੇ ਉੱਤੇ ਬਲੈਕ ਅਤੇ ਕੋਪਰ ਦੇ ਉੱਤੇ ਗ੍ਰੀਨ। ਉਸ ਤੋਂ ਬਾਅਦ ਜਿਹੜੇ ਚੇਂਜਿਸ ਹੁੰਦੇ ਨੇ ਜਦੋਂ ਅਸੀਂ ਫੈਟ ਅਤੇ ਓਇਲਸ ਨੂੰ ਆਕਸੀਡਾਈਜ਼ ਹੋ ਜਾਂਦੇ ਨੇ ਤਾਂ ਕਿਹੜੇ ਚੇਂਜਿਸ ਹੁੰਦੇ ਨੇ ਤਾਂ ਉਹ ਰੈਂਸਿਡ ਹੋ ਜਾਂਦੇ ਨੇ, ਉਹਨਾਂ ਦੀ ਸਮੈਲ ਅਤੇ ਟੇਸਟ ਜਿਹੜਾ ਹੈਗਾ ਉਹ ਚੇਂਜ ਹੋ ਜਾਂਦਾ। ਜਿਹੜਾ ਕਲਰ ਫੋਰਮ ਹੁੰਦਾ ਕੋਪਰ ਪਾਊਡਰ ਦੇ ਸਰਫੇਸ 'ਤੇ ਜਦੋਂ ਅਸੀਂ ਉਸਨੂੰ ਚਾਈਨਾ ਡਿਸ਼ ਦੇ ਵਿੱਚ ਹੀਟ ਕਰਦੇ ਹਾਂ ਤਾਂ ਆਂਸਰ ਆ ਜਾਏਗਾ ਬਲੈਕ। ਇੱਕ ਰਿਐਕਸ਼ਨ ਦਿੱਤੀ ਹੋਈ ਹੈ ਸਾਨੂੰ ਬੇਰੀਅਮ ਕਲੋਰਾਈਡ ਪਲੱਸ ZnSO4 ਅਤੇ ਇਹਦੇ ਨਾਲ ਸਾਡੇ ਕੋਲ ਜ਼ਿੰਕ ਕਲੋਰਾਈਡ ਅਤੇ ਬੇਰੀਅਮ ਸਲਫੇਟ ਬਣ ਗਿਆ। ਵਾਈਟ ਪ੍ਰੈਸੀਪੀਟੇਟ ਜਿਹੜਾ ਸਾਡਾ ਬਣਿਆ ਉਹ ਕਿਹਦੇ ਕਾਰਨ ਹੈ BaSO4 ਕਾਰਨ। ਉਸ ਤੋਂ ਬਾਅਦ ਹੈ ਜਿਹੜਾ ਸਾਡਾ ਨਮਕ NaCl ਹੈ ਕਾਮਨ ਸੋਲਟ ਹੈ ਪਲੱਸ AgNO3 ਨਾਲ ਅਸੀਂ ਰਿਐਕਸ਼ਨ ਕਰਵਾਈਏ ਤਾਂ ਸਾਡੇ ਕੋਲ AgCl ਆ ਜਾਂਦਾ ਯਾਨੀ ਕਿ AgNa ਨੂੰ ਡਿਸਪਲੇਸ ਕਰਕੇ ਆ ਜਾਂਦਾ ਅਤੇ ਜਿਹੜਾ ਸਾਡਾ Na ਹੈ ਯਾਨੀ ਕਿ ਸੋਡੀਅਮ ਹੈ ਉਹ ਸਿਲਵਰ ਨੂੰ Ag ਨੂੰ ਡਿਸਪਲੇਸ ਕਰ ਦੇਗਾ NaNO3 ਬਣਾ ਲਏਗਾ ਅਤੇ ਕਿਹੜੀ ਡਿਸਪਲੇਸਮੈਂਟ ਹੈ ਡਬਲ ਡਿਸਪਲੇਸਮੈਂਟ ਰਿਐਕਸ਼ਨ ਹੈ। ਉਸ ਤੋਂ ਬਾਅਦ ਹੈ ਡਬਲ ਡਿਸਪਲੇਸਮੈਂਟ ਰਿਐਕਸ਼ਨ ਇਹਨਾਂ 'ਚੋਂ ਕਿਹੜੀ ਹੈ ਤਾਂ ਲਾਸਟ ਵਾਲੀ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਲਾਸਟ ਵਾਲੀ ਆਏਗੀ। ਉਸ ਤੋਂ ਬਾਅਦ ਹੈ ਕਿਹੜਾ ਸਬਸਟੈਂਸ ਜਿਹੜਾ ਹੈਗਾ ਰਿਡਿਊਸ ਹੋ ਚੁੱਕਿਆ ਹੈ ਇਸ ਫੋਲੋਇੰਗ ਰਿਐਕਸ਼ਨ ਦੇ ਵਿੱਚ ਤਾਂ ਦੇਖੋ 3MnO ਉਸ ਤੋਂ ਬਾਅਦ 3MnO2 + 4Al gives 3Mn + 2Al2O3। ਦੇਖੋ ਜਿਹੜਾ Mn ਹੈ ਦੇਖੋ ਸਾਨੂੰ ਪੁੱਛਿਆ ਰਿਡਿਊਸਡ ਯਾਨੀ ਜਿੱਥੋਂ ਆਕਸੀਜਨ ਗਈ ਹੈ ਜਾਂ ਹਾਈਡਰੋਜਨ ਆਈ ਹੈ ਤਾਂ 3MnO2 ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਆਕਸੀਜਨ ਚਲੀ ਗਈ ਇਸ ਕਰਕੇ ਅਸੀਂ ਲਿਖਾਂਗੇ ਕਿ ਸਾਡਾ ਜਿਹੜਾ MnO2 ਹੈ ਦੇਖੋ ਉੱਥੇ ਇਕੱਲਾ Mn ਨਹੀਂ ਲਿਖਣਾ ਪੂਰਾ ਲਿਖੂੰਗੇ MnO2 ਹੈ ਉਹ ਜਿਹੜਾ ਹੈਗਾ ਰਿਡਿਊਸ ਹੋਇਆ ਠੀਕ ਹੈ। ਉਸ ਤੋਂ ਬਾਅਦ ਹੈ ਇਹਦੇ ਵਿੱਚ ਰਿਡਿਊਸ ਕਿਹੜਾ ਹੋਇਆ ਫਿਰ ਤੋਂ ਉਹੀ ਦੱਸਣਾ ਹੈ ਤਾਂ ਇਹਦੇ ਵਿੱਚ ਰਿਡਿਊਸ ਕਿਹੜਾ ਹੋਇਆ ਜਿਹਦੇ ਤੋਂ ਆਕਸੀਜਨ ਚੱਲੇਗੀ ਯਾਨੀ ਕਿ ਸਾਡਾ Fe2O3। ਅੱਗੇ ਚੱਲਦੇ ਹਾਂ ਯਾਰ ਮੈਂ ਤੁਹਾਡੀ ਪਿਕਸ ਨਾ ਕਲੀਅਰ ਨਹੀਂ ਖਿੱਚਦੀ ਇਸ ਕਰਕੇ ਥੋੜ੍ਹੀ ਐਸੇ PDF ਬਣੀ ਹੈ ਅੱਗੇ ਤੋਂ ਨਾ ਥੋੜ੍ਹੀ ਆਰਾਮ ਨਾਲ ਸਟੇਬਲ ਕਰਕੇ ਥੋੜ੍ਹੀ ਸਾਫ਼ ਜਿਹੀ ਪਿਕਸ ਕਲਿੱਕ ਕਰਾਂਗੇ ਠੀਕ ਹੈ। ਜੇ ਅਸੀਂ ਗੱਲ ਕਰੀਏ ਆਇਰਨ ਸਲਫੇਟ ਸੋਲਿਊਸ਼ਨ ਜਿਵੇਂ 10 ml ਲਈਏ ਬਿਲਕੁਲ ਫਰੈਸ਼ਲੀ ਪ੍ਰੀਪੇਅਰਡ ਅਤੇ ਉਹਨੂੰ 4 ਟੈਸਟ ਟਿਊਬ ਦੇ ਅੰਦਰ ਪਾ ਦਈਏ ਜਿਹਦੇ ਵਿੱਚ ਉਸ ਤੋਂ ਬਾਅਦ ਅਸੀਂ ਕਾਪਰ ਆਇਰਨ ਜ਼ਿੰਕ ਅਤੇ ਐਲੂਮੀਨੀਅਮ ਦੀ ਸਟ੍ਰਿਪਸ ਪਾ ਦਈਏ ਤਾਂ ਕੀ ਹੋਏਗਾ ਜਿਹੜੀ ਬਲੈਕ ਰੈਜ਼ੀਡਿਊ ਹੈ 2 ਟਿਊਬਸ ਦੇ ਵਿੱਚ ਪਾਈ ਜਾਏਗੀ ਅਤੇ ਤੁਸੀਂ ਦੱਸਣਾ ਹੈ ਕਿ ਉਹ ਕਿਹੜੀ 2 ਟਿਊਬਸ ਹੋਣਗੇ ਜਿਹਨਾਂ ਵਿੱਚ ਪ੍ਰੈਸੀਪੀਟੇਟ ਬਣੇਗਾ ਤਾਂ ਹੋਏਗੀ ਜ਼ਿੰਕ ਅਤੇ ਐਲੂਮੀਨੀਅਮ ਦੀ ਠੀਕ ਹੈ। ਉਸ ਤੋਂ ਬਾਅਦ ਹੈ ਜੇ ਅਸੀਂ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ ਆਇਰਨ ਨੇਲ ਲੋਹੇ ਦੀ ਜਿਹੜੀ ਨੇਲ ਹੁੰਦੀ ਹੈ ਮੇਖ ਉਹਨੂੰ ਪਾ ਦਈਏ ਤਾਂ ਜਿਹੜਾ ਰੈਡਿਸ਼ ਬਰਾਊਨ ਜੀ ਕੋਟਿੰਗ ਹੁੰਦੀ ਹੈ ਨੇਲ ਦੇ ਉੱਤੇ ਸਾਨੂੰ ਦਿਖਦੀ ਹੈ ਉਹ ਕਿਹੜੀ ਹੁੰਦੀ ਹੈ ਸੌਫਟ ਅਤੇ ਡਲ ਹੁੰਦੀ ਹੈ। ਉਸ ਤੋਂ ਬਾਅਦ ਹੈ ਇਹਨਾਂ 'ਚੋਂ ਕਿਹੜੀ ਕਰੈਕਟ ਐਬਜ਼ਰਵੇਸ਼ਨ ਹੈ ਜੇ ਅਸੀਂ ਪਾਣੀ ਪਾ ਦਈਏ ਲਾਈਮ ਦੇ ਵਿੱਚ ਤਾਂ ਵਿਗਰਸ ਬਬਲਿੰਗ ਹੋਏਗੀ ਕਾਫੀ ਹੀਟ ਨਿਕਲੇਗੀ ਇਵੋਲਵ ਹੋਏਗੀ ਅਤੇ ਇੱਕ ਹਿਸਿੰਗ ਜੀ ਸਾਊਂਡ ਆਏਗੀ। ਉਸ ਤੋਂ ਬਾਅਦ ਜੇ ਅਸੀਂ ਫੈਰਸ ਸਲਫੇਟ ਕ੍ਰਿਸਟਲਸ ਨੂੰ ਹੀਟ ਕਰਦੇ ਕਿਹੜੀ ਸਮੈਲ ਆਏਗੀ ਇਰੀਟੇਟਿੰਗ ਚੋਕਿੰਗ ਸਮੈਲ ਠੀਕ ਹੈ। ਉਸ ਤੋਂ ਬਾਅਦ ਹੈ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਕਿਹੜੀ ਨਹੀਂ ਹੈ ਪਹਿਲੀ ਹੈ ਬਿਕੋਜ਼ ਉਹਦੇ ਵਿੱਚ ਬਿਜਲੀ ਯੂਜ਼ ਹੁੰਦੀ ਹੈ। ਥਰਮਲ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਹੀਟ ਯੂਜ਼ ਕਰੀਏ ਅਸੀਂ ਕਿਸੇ ਚੀਜ਼ ਨੂੰ ਤੋੜਨ ਦੇ ਲਈ। ਉਸ ਤੋਂ ਬਾਅਦ ਹੈ ਇਹਨਾਂ ਰਿਐਕਸ਼ਨ ਦੇ ਵਿੱਚ ਆਕਸੀਡਾਈਜ਼ਿੰਗ ਏਜੰਟ ਕਿਹੜਾ ਹੈ ਤਾਂ ਦੇਖੋ ਇੱਥੇ ਬ੍ਰੋਮੀਨ ਸੀ ਆਇਓਡੀਨ ਸੀਗਾ ਜਿਹੜਾ ਆਇਓਡੀਨ ਸੀ ਉੱਤੇ ਨੈਗੇਟਿਵ ਚਾਰਜ ਸੀਗਾ ਬਟ ਉਹ ਚਾਰਜ ਫਿਰ ਬ੍ਰੋਮੀਨ ਨੇ ਲੈ ਲਿਆ ਅਤੇ ਆਇਓਡੀਨ ਜਿਹੜਾ ਸੀਗਾ ਉਹਦਾ ਜਿਹੜਾ ਸ਼ੈਲ ਸੀ ਪੂਰਾ ਕੰਪਲੀਟ ਹੋ ਗਿਆ ਤਾਂ ਇਹਦੇ ਵਿੱਚ ਆਕਸੀਡਾਈਜ਼ਿੰਗ ਏਜੰਟ ਕਿਹੜਾ ਹੁੰਦਾ ਜਿਹੜਾ ਦੂਜੇ ਦੇ ਇਲੈਕਟ੍ਰੋਨਸ ਨੂੰ ਗੇਨ ਕਰ ਲਏ ਠੀਕ ਹੈ ਇਸ ਕਰਕੇ ਅਸੀਂ ਲਿਖਾਂਗੇ ਬ੍ਰੋਮੀਨ ਠੀਕ ਹੈ। ਟਰਮ ਰੈਂਸਿਡਿਟੀ ਜਿਹੜੀ ਆ ਕੀ ਰਿਪਰੈਜ਼ੈਂਟ ਕਰਦੀ ਹੈ ਜੇ ਸਾਡਾ ਜਿਹੜਾ ਫੈਟੀ ਫੂਡ ਹੈ ਜੀ ਆਕਸੀਡਾਈਜ਼ ਹੋ ਜੇ। ਇੱਕ ਰਿਐਕਸ਼ਨ ਦੇ ਰੱਖਿਆ ਸਾਨੂੰ CuO + H2 ਸਾਨੂੰ ਦੇ ਰਿਹਾ ਜਿਹਦਾ Cu + H2O ਤਾਂ ਕਿਹੜੀ ਇਹਨਾਂ 'ਚੋਂ ਸਟੇਟਮੈਂਟ ਕਰੈਕਟ ਹੈ ਪਹਿਲੀ Cu ਆਕਸੀਡਾਈਜ਼ਿੰਗ ਏਜੰਟ ਹੈ ਬਿਲਕੁਲ ਹੈ ਜੀ ਕਿਉਂਕਿ ਉਹਨੇ ਹਾਈਡਰੋਜਨ ਨੂੰ ਆਕਸੀਜਨ ਦੇਤੀ ਖੁਦ ਰਿਡਿਊਸ ਹੋ ਗਿਆ। H2 ਆਕਸੀਡਾਈਜ਼ ਹੋ ਰਿਹਾ ਬਿਲਕੁਲ ਹੋ ਰਿਹਾ ਉਧਰ ਜਾ ਕੇ H2O ਬਣ ਗਿਆ। ਇਹ ਜਿਹੜੀ ਰਿਐਕਸ਼ਨ ਹੈ ਡਿਸਪਲੇਸਮੈਂਟ ਹੈ ਬਿਲਕੁਲ ਹੈ H ਨੇ Cu ਨੂੰ ਧੱਕਾ ਮਾਰਤਾ ਅਤੇ ਖੁਦ ਦੀ ਜਗ੍ਹਾ 'ਤੇ ਆ ਗਿਆ ਤਾਂ ਆਲ ਆਫ ਦੀ ਅਬਵ ਆਰ ਕਰੈਕਟ ਠੀਕ ਹੈ। ਸਾਰੇ ਜਿਹੜੇ MCQ ਸੀ ਅੱਜ ਦੇ ਸਾਡੇ ਹੋ ਚੁੱਕੇ ਨੇ। ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।